Good morning, student. Today we are going to discuss about multiple myeloma. It is the most common primary malignant bone tumor. ਇਹਦੇ ਵਿੱਚ mostly ਜਿਹੜਾ ਕੀ ਹੈ malignant means ਕੀ ਹੈ ਜਿਹੜਾ cancerous growth ਹੈ ਉਹ ਹੀ ਹੈ bone tumor ਦੇ ਵਿੱਚ commonly ਪਾਇਆ ਜਾਂਦਾ. Age ਹੈ mostly ਇਹਦੇ ਵਿੱਚ 40 ਤੋਂ above due to the ਕਿਉਂਕਿ 40 ਤੋਂ above age ਦੇ ਵਿੱਚ ਕੀ ਆ bone deformities ਜਿਹੜੀਆਂ ਨੇ ਉਹ develop ਹੋ ਜਾਂਦੀਆਂ ਨੇ ਔਰ patients ਦੇ ਵਿੱਚ degenerative move ਹੋਣ ਦੇ ਕਾਰਨ ਕੀ ਹੈ cell donation ਜਿਹੜੀ strengthening ਆ ਉਹ reduce ਹੋ ਜਾਂਦੀ ਆ. Male gender affected more than the female. ਇਹਦੇ ਵਿੱਚ ਕੀ ਹੈ ਜਿਹੜਾ male genders ਨੇ ਉਹ ਜ਼ਿਆਦਾ affected ਹੁੰਦੇ ਨੇ as the compare of the female. Next is the bone affected ਦੇ ਵਿੱਚ mostly ਜਿਹੜੀਆਂ bones ਨੇ flat bones ਜਿਹੜੀਆਂ ਕੀ ਹੈ ਜਿਵੇਂ ਕੀ ਆ pelvic areas ਦੀਆਂ bones ਹੋ ਗਈਆਂ, vertebrals ਹੋ ਗਈਆਂ, skull ਹੋ ਗਈਆਂ ਜਾਂ ਫਿਰ ribs. ਇਹ bones ਨੇ ਜਿਹੜੀਆਂ ਕਿ flatted ਨੇ, ਇਸ form ਦੀਆਂ bones ਨੇ ਜਿਹੜੀਆਂ ਉਹ ਜ਼ਿਆਦਾ ਇਹਦੇ ਵਿੱਚ affected ਹੁੰਦੀਆਂ ਨੇ. ਪੈਥੋਜੈਨਸਿਸ ਦੇ ਵਿੱਚ ਕੀ ਹੈ ਮਲਟੀਪਲਾਈ ਮੈਲਨੋਮਾ. ਮਲਟੀਪਲ ਮੈਲੀਨੋਮਾ ਦੇ ਵਿੱਚ ਕੀ ਹੁੰਦਾ ਕਿ ਗਰੁੱਪ ਆਫ ਪਲਾਜ਼ਮਾ ਸੈੱਲ ਬਿਕਮ ਆ ਜਿਹੜੇ ਕੈਂਸਰਸ ਆ ਜਾਂਦੇ ਆ. ਬੀ ਲਿੰਫੋਪ੍ਰੋਲੀਫਰੇਟਿਵ ਡਿਸਆਰਡਰ ਵਿਚ ਇਜ਼ ਦਾ ਪਲਾਜ਼ਮਾ ਸੈੱਲ ਪ੍ਰੀਡੋਮੀਨੇਟਡ. ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੇ ਪ੍ਰੋਲੀਫਰੇਟਿਵ ਹੁੰਦਾ ਕਿ ਅਬਨੋਰਮਲ ਗਰੋਥ ਹੋਣੀ ਸਟਾਰਟ ਹੋ ਜਾਂਦੀ ਆ ਜਿਹਦੇ ਵਿੱਚ ਕੀ ਪਲਾਜ਼ਮਾ ਸੈੱਲ ਕੀ ਆ ਪ੍ਰੀਡੋਮੀਨੇਟਡ ਮੇਨ ਇਹ ਜਿਹੜੇ ਕੀ ਡੋਮੀਨੇਟ ਬਣਦੇ ਆ ਜਿਨ੍ਹਾਂ ਦੇ ਵਿੱਚ ਕੀ ਆ ਕਿ ਉਹ ਕੀ ਆ ਫਰਦਰ ਕੈਂਸਰਸ ਨੂੰ ਸਪਰੈਡ ਕਰਨ ਦੇ ਲਈ ਰਿਸਪੌਂਸੀਬਲ ਹੁੰਦੇ ਆ. There is the expensive proliferations of the marrow cells. ਹੁਣ ਇਹਦੇ ਵਿੱਚ ਕੀ ਹੈ ਜਿਹੜਾ bone marrow develop ਹੋ ਰਿਹਾ ਉਹਦੇ ਵਿੱਚ ਜਿਹੜੀ affected cells ਨੇ proliferations ਉਹਨਾਂ ਦਾ number ਆ ਜਿਹੜਾ ਉਹ increase ਹੋ ਜਾਂਦਾ. This is increasing to the osteoclastic activity and resulting of osteoporosis and discrete the lytic lesion. ਇਹਦੇ ਵਿੱਚ ਕੀ ਹੈ ਕਿ increase ਕੀ ਕਰਦੇ ਨੇ osteoporosis means ਕੀ ਆ bones ਦੇ disorders ਨੂੰ develop ਕਰਦੇ ਜਿਹਦੇ ਵਿੱਚ bones ਨੇ ਜਿਹੜੀਆਂ ਉਹ weak ਹੋ ਜਾਂਦੀਆਂ ਨੇ further ਉਹਨਾਂ ਦੀਆਂ ਜਿਹੜੀਆਂ activities ਦੇ ਵਿੱਚ ਫਿਰ ਉਹ effect ਪਾਉਂਦੇ intolerances ਹੁੰਦੀਆਂ ਜਿਹਦੇ ਕਰਕੇ ਕੀ ਆ bones ਦੇ ਵਿੱਚ ਕੀ ਆ cancer ਆ ਜਿਹੜੀ growth ਆ ਉਹ abnormal growth extend ਹੋ ਜਾਂਦੀ ਆ. clinical features ਦੇ ਵਿੱਚ ਕੀ ਆ multiple melanoma usually follow a chronic course. ਜਿਹੜਾ ਇਹ chronic course ਦੇ ਅੰਡਰ ਆ ਜਾਂਦਾ means ਕੀ ਹੈ ਕਿ ਇਹ ਗ੍ਰੈਜੂਅਲੀ ਜਿਹੜਾ ਹੌਲੀ ਹੌਲੀ ਡਿਵੈਲਪ ਹੁੰਦਾ ਬੋਡੀ ਦੇ ਵਿੱਚ ਫਿਰ ਇਹ ਫੁੱਲ ਬੋਡੀ 'ਚ ਸਰਕੂਲੇਟ ਕਰਦਾ. ਇਨੀਸ਼ੀਅਲ ਦਾ ਡਿਸੀਜ਼ ਇਜ਼ ਸਾਇਲੈਂਟ ਆਫਟਰ ਵਿਚ ਦਾ ਪੇਸ਼ੈਂਟ ਪ੍ਰੈਜ਼ੈਂਟ ਵਿਦ ਦ ਪੇਨ ਐਂਡ ਲੰਬਰ ਐਂਡ ਦਾ ਥੋਰੈਸਿਕ ਸਪਾਈਨ ਬੈਕ ਪੇਨ ਐਂਡ ਇਟ ਇਜ਼ ਪ੍ਰੋਗਰੈਸਿਵਲੀ ਇਨਕਰੀਜ਼ ਇਨ ਸੀਵੀਅਰਿਟੀ. ਜਿਹੜਾ ਪੇਸ਼ੈਂਟ ਹੈ ਉਹਦੇ ਮਾਈਲਡਲੀ ਜਿਹੜੇ ਸਿੰਪਟਮਸ ਹੁੰਦੇ ਨੇ ਪਹਿਲਾਂ ਤਾਂ ਸਟਾਰਟਿੰਗ ਫਾਰਮ ਦੇ ਵਿੱਚ ਕੀ ਹੈ ਸਾਇਲੈਂਟ ਹੁੰਦੇ ਨੇ ਇਸ ਤੋਂ ਬਾਅਦ ਚ ਪੇਸ਼ੈਂਟਸ ਨੂੰ ਗ੍ਰੈਜੂਅਲੀ ਹੌਲੀ ਹੌਲੀ ਥੋਰੈਸਿਕ ਏਰੀਆ ਜੇ ਅਫੈਕਟਡ ਆ ਤਾਂ ਉੱਥੇ ਪੇਨ ਹੋਏਗੀ ਜੇ ਲੰਬਰ ਰੀਜਨ ਅਫੈਕਟਡ ਆ ਤਾਂ ਪੇਨ ਹੋਏਗੀ. ਨੈਕਸਟ ਕੀ ਆ ਪੇਸ਼ੈਂਟਸ ਦੀਆਂ ਮੂਵਮੈਂਟਸ ਡਿਸਆਰਡਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਜਰਨਲੀ ਕੀ ਆ ਥੋਰੈਸਿਕਸ ਡਿਸਆਰਡਰ ਚ ਕਨਵਰਟ ਕਰਦੇ ਆ ਪਹਿਲਾਂ ਸਿੰਪਟਮਸ ਜਿਹੜੇ ਨੇ ਉਹ ਸੌਫਟ ਉਹਨੂੰ ਦਿਖਣਗੇ ਫਰਦਰ ਫਿਰ ਉਹ ਕੀ ਆ ਹੌਲੀ ਹੌਲੀ ਸੀਵੀਅਰ ਹੁੰਦੇ ਜਾਣਗੇ. Sometime patient present with the pathological fractures of vertebrae and ribs. There where acute presentation, pain, redness, swelling, etc. It is the observed patient ਦੇ ਵਿੱਚ sometime ਕੀ ਹੁੰਦਾ ਕਿ ਇੱਕ pathological reason effectively ਜਿਵੇਂ ਕਿ ਉਹਦੀ mechanism ਦੇ ਕਰਕੇ patient ਦੇ ਵਿੱਚ ਕੀ ਆ fracture ਹੋ ਸਕਦਾ ਹੈ ਕਿ ਜਿਹਦੇ ਵਿੱਚ ਉਹਦੇ symptoms ਨੇ ਜਿਹੜੇ pain, redness, swelling and tenderness ਆ ਉਹ ਕੀ ਆ observe ਕੀਤੇ ਜਾ ਸਕਦੇ ਆ. weakness due to the anemia patients ਦੇ ਵਿੱਚ severe weakness ਆ ਜਾਂਦੀ ਹੈ during to the anemia ਹੋਣ ਕਰਕੇ patients ਨੂੰ. next is weight ਹੈ ਜਿਹੜਾ ਉਹ loss ਹੋ ਜਾਂਦਾ and local pain tenderness ਹੈ bone ਹੈ ਜਿਹੜੀਆਂ ਉਹਦੀ flexibility reduce ਹੋ ਜਾਂਦੀ ਹੈ ਤੇ ਉਹਦੇ ਵਿੱਚ tenderness ਜ਼ਿਆਦਾ ਰਹਿੰਦੀ ਆ. neurological symptom ਆਉਂਦੇ ਆ patients ਦੇ ਵਿੱਚ ਦੀ compressions of the spinal cord nerve root and may also be seen. ਹੁਣ ਇਹਦੇ ਵਿੱਚ ਹੈ ਕਿ ਜੇ patients ਦੇ ਉੱਤੇ abnormal growth ਹੋ ਚੁੱਕੀ ਹੈ ਜਿਵੇਂ spinal cord ਦੇ ਲਾ ਲਓ ਤਾਂ ਉਹ ਕੀ ਹੈ ਜਿਹੜੀਆਂ ਉਹਦੀਆਂ ਨਾਲ ਲੱਗਦੀ ਹੈ roots ਨੇ ਜਿਹੜੀਆਂ ਉਹਨਾਂ ਨਰਵਸ ਨੂੰ ਕੰਪਰੈਸ ਕਰੇਗੀ ਔਰ ਜਿਹਦੇ ਕਰਕੇ ਪੇਸ਼ੈਂਟ ਦੇ ਵਿੱਚ ਕੀ ਹੈ ਨਿਊਰੋਲੋਜੀਕਲ ਸਿੰਪਟਮਸ ਨੇ ਜਿਹੜੇ ਉਹ ਕੀ ਆ ਆਬਜ਼ਰਵੇਬਲ ਹੁੰਦੇ ਆ. ਨਿਊਰੋਲੋਜੀਕਲ ਸਿੰਪਟਮਸ ਦੇ ਵਿੱਚ ਕੀ ਹੁੰਦਾ ਹੈ ਕਿ ਲਾਈਕ ਦੈਟ ਕੀ ਹੈ ਕੁਆਡਰਪਲੇਜੀਆ ਹੋ ਸਕਦਾ ਹੈ ਪੇਸ਼ੈਂਟਸ ਦੀ ਲੈਗ ਹੈਂਡਸ ਦੇ ਵਿੱਚ ਕੀ ਨਮੀਨੇਸ਼ਨਸ ਹੋ ਸਕਦੀ ਹੈ ਪੇਸ਼ੈਂਟਸ ਦੇ ਵਿੱਚ ਕੀ ਆ ਮਸਕੂਲਰ ਐਕਟੀਵਿਟੀ ਰਿਡਿਊਸ ਹੋ ਜਾਊਗੀ ਉਸ ਪਾਰਟਿਕੂਲਰ ਐਂਡ ਟਾਰਗੇਟ ਏਰੀਆ ਦੀ ਜਿਹਦੇ ਕਰਕੇ ਜਿਹੜਾ ਕੀ ਨਰਵ ਨੇ ਜਿਹੜੀਆਂ ਉਹ ਸਟਿਮੂਲੇਟ ਹੋ ਕੇ ਮੈਸੇਜ ਨਹੀਂ ਦੇਣਗੀਆਂ ਤਾਂ ਸਿੰਪਟਮ ਕੀ ਆ ਉਹ ਆਬਜ਼ਰਵ ਕੀਤੇ ਜਾ ਸਕਦੇ ਆ. other associated features ਹੋਰ ਇਹਦੇ ਵਿੱਚ ਕੀ ਹੋ ਸਕਦਾ hyperkalemia due to the osteoclastic activity. patients ਦੇ ਵਿੱਚ ਕੀ ਹੈ ਕੈਲਸ਼ੀਅਮ ਦਾ ਜਿਹੜਾ ਨਾਰਮਲ ਲੈਵਲ ਆ ਉਹਦੇ ਨਾਲੋਂ ਉਹ ਇਨਕਰੀਜ਼ ਹੋ ਜਾਏਗਾ. ਨਾਰਮਲ ਲੈਵਲ 8.6 ਤੋਂ ਲੈ ਕੇ 10.3 ਤੱਕ mg per deciliter ਹੈ ਸੋ ਇਹਦੇ ਵਿੱਚ ਉਹ ਜ਼ਿਆਦਾ ਇਨਕਰੀਜ਼ ਹੋਏਗਾ. ਪੇਸ਼ੈਂਟਸ ਨੂੰ ਕੀ ਹੋਏਗਾ ਥਰਸਟ ਹੋਏਗੀ ਪੋਲੀਯੂਰੀਆ ਹੋਏਗਾ abdominal pain ਹੋਏਗੀ. ਪੇਸ਼ੈਂਟਸ ਦੇ acute and chronic renal failure ਹੋ ਸਕਦਾ ਹੈ chronic hepatitis
सॉरी नेफ्राइटिस दैट की इन्फ्लामेशंस ऑफ द नेफ्रियंस दैट इज द रिकरेंट इन्फेक्शंस पेशेंट्स ਨੂੰ बार-बार कोई इन्फेक्शन है ਜਿਹੜਾ ਉਹ ਹੁੰਦਾ ਰਹੇਗਾ। पैथोलॉजी सॉफ्ट एंड क्रम्बली इन द कंसिस्टेंसी सॉफ्ट हो जाना क्रम्बली ਹੁੰਦਾ कि ਜਿਹੜਾ ਈਜ਼ੀਲੀ ਬ੍ਰੇਕ ਡਾਊਨ ਹੋ ਜਾਵੇ ਸੋ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਬੋਨਸ ਨੇ ਉਹ ਈਜ਼ੀਲੀ ਕੀ ਆ ਬ੍ਰੇਕ ਡਾਊਨ ਹੋ ਜਾਂਦੀ ਹੈ ਉਹਨਾਂ ਦੀ ਕੰਸਿਸਟੈਂਸੀ ਹੈ ਜਿਹੜੀ ਉਹ ਵੀਕ ਪੈ ਜਾਂਦੀ ਆ ਦੈਨ ਕੀ ਆ ਡਾਰਕ ਰੈੱਡ ਇਨ ਕਲਰ ਜਿਹੜੇ ਕੀ ਆ ਉਹਦਾ ਜਿਹੜਾ ਕਲਰ ਆ ਉਹ ਚੇਂਜ ਹੋ ਜਾਂਦਾ ਜਿਹਦੇ ਕਰਕੇ ਕੀ ਆ ਬੋਨਸ ਨੇ ਜਿਹੜੀਆਂ ਉਹ ਕੀ ਆ ਉਹਦੇ ਜਿਹੜੇ ਸੈੱਲ ਫਾਰਮੇਸ਼ਨ ਆ ਉਹ ਚੇਂਜ ਹੋ ਜੂਗੀ ਯੂਜ਼ਲੀ ਲੋਕੇਟਡ ਇਨ ਦਾ ਮਡਿਊਲਾ ਦੇ ਵਿੱਚ ਮੋਸਟਲੀ ਜ਼ਿਆਦਾ ਲੋਕੇਟਡ ਹੋ ਜਾਂਦਾ ਕਾਰਟੈਕਸ ਓਵਰਲਾਈਨਿੰਗ ਐਂਡ ਦ ट्यूमर इन द थिन एंड ब्रोकन हुण जिहड़े कॉर्टेक्स हुंदे ने इन्हां दे नीयर की है ट्यूमर है जिहड़ा ओह थिन हुंदा ते ईजली इन्हां नूं ब्रोकन जिहड़े ओह हो जांदे आ माइक्रोस्कोपिक क्लोजली पैक्ड अराउंड सैल हुण जिहड़ा सैल वा ओहदे सराउंडिंग एरिया ते असीं ओहनूं क्लोजली ऑब्जर्व कर सकदे हां इंस्टेरेटिक न्यूक्लियस एंड न्यूक्लियोसिस इंस्टेरेटिक न्यूक्लियस ਦੇ ਵਿੱਚ ਕੀ ਹੁੰਦਾ ਕਿ ਫਾਰਮ ਲੋਕਲੀ ਜਿਹੜੀ ਕੀ ਹੈ ਇਹਦੇ ਵਿੱਚ ਕੀ ਹੈ ਸੈਂਟਰ ਦੇ ਐਕਟੀਵਿਟੀਜ਼ ਨੇ ਉਹ ਰਿਡਿਊਸ ਹੋ ਜਾਂਦੀਆਂ ਨੇ ਟ੍ਰਾਂਸਮਿਟਡ ਨੇ ਜਿਹੜੀਆਂ ਉਹ ਐਕਟੀਵਿਟੀਜ਼ ਘਟ ਜਾਂਦੀਆਂ ਨੇ ਤੇ ਜਿਹਦੇ ਕਰਕੇ ਨਿਊਕਲੀਅਸ ਕੀ ਹੈ ਕਿ ਨਾਰਮਲ ਹੈ ਜਿਹੜਾ ਉਹ ਸਾਈਜ਼ ਦੇ ਵਿੱਚ ਕੀ ਹੈ ਇਨਲਾਰਜ ਹੋ ਜਾਂਦਾ ਸੈੱਲ ਸਟਰਕਚਰ ਦੀ ਫਾਰਮੇਸ਼ਨ ਹੈ ਉਹਦੇ ਵਿੱਚ ਅਬਨੋਰਮੈਲਿਟੀ ਆ ਜਾਂਦੀ ਆ ਕ੍ਰੋਮੇਸ਼ਨਸ ਦੇ ਵਿੱਚ ਕੀ ਹੋ ਜਾਂਦਾ ਸਪੋਕਸ ਟੂ ਵੀਲ ਮੀਨਸ ਕਿ ਅਪੀਅਰੈਂਸ ਜਿਹਨੂੰ ਅਸੀਂ ਕੀ ਕਹਿੰਦੇ ਆ ਕਿ ਉਹਦੇ ਇੱਕ ਰਿੰਗ ਕੋਡਿੰਗ ਹੈ ਜਿਹੜੀ ਉਹ ਨਿਊਕਲੀਅਸ ਦੇ ਸਾਈਡ ਦੇ ਉੱਤੇ ਹੁੰਦੀ ਬਣ ਜਾਂਦੀ ਹੈ ਜਿਹਦੇ ਕਰਕੇ ਉਹਦੇ ਵਿੱਚ ਅਸੀਂ ਉਸ ਨੂੰ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ ਦੇ ਅੰਡਰ ਸੈੱਲ ਸਟਰਕਚਰਸ ਨੂੰ ਆਬਜ਼ਰਵ ਕਰ ਸਕਦੇ ਹਾਂ ਰੇਡੀਓਲੋਜੀ ਮਲਟੀਪਲ ਪਾਊਚਸ ਆਫ ਲੀਜ਼ਨ ਇਨ ਸਕਲ ਐਂਡ ਅਦਰਸ ਬੋਨ ਹੁਣ ਜਿਹੜਾ ਕੀ ਆ ਇਫੈਕਟਡ ਏਰੀਆ ਬਣਿਆ ਹੈ ਚਾਹੇ ਸਕਲ ਦੀ ਬੋਨ ਹੈ ਜਾਂ ਹੋਰ ਕੋਈ ਵੀ ਬੋਨ ਹੈ ਉਹਦੇ ਵਿੱਚ ਕੀ ਆ ਮਲਟੀਪਲ ਪਾਊਚ ਮੀਨਸ ਕਿ ਅਬਨੋਰਮਲ ਗਰੋਥ ਦਾ ਇੰਡੀਕੇਸ਼ਨ ਕਿ ਉਹਦੇ ਜਿੱਥੇ ਜਿੱਥੇ ਟਿਊਮਰਸ ਜਿਹੜੀ ਬੋਨ ਆ ਉਹ ਸੈੱਲ ਡਿਵੈਲਪਮੈਂਟ ਹੋਇਆ ਲਾਰਜ ਸੈੱਲ ਬਣਿਆ ਤਾਂ ਉਹਦੇ ਵਿੱਚ ਪਾਊਚ ਫਾਰਮ ਦੇ ਵਿੱਚ ਐਕਸਟਰਾ ਜਿਹੜਾ ਉੱਥੇ ਡਿਵੈਲਪਮੈਂਟ ਹੋਈ ਹੋਊਗੀ ਬੋਨੀ ਦੀ ਬੋਨ ਸਟਰਕਚਰ ਦੀ ਪੈਥੋਲੋਜੀਕਲ ਵੈਡਜੀ ਕੋਲੈਪਸ ਇਨ ਦਾ ਵੈਟੀਬਰਲ ਪੈਡੀਕਲ ਸਾਈਨਸ ਪੈਟੀਕਲ ਸਾਇੰਸ ਦੇ ਵਿੱਚ ਕੀ ਆ ਜਾਂਦੇ ਆ ਕਿ ਫੇਂਟ ਹੈ ਜਿਹੜੀ ਉਹ ਸ਼ੈਡੋ ਆ ਇੱਕ ਤਰ੍ਹਾਂ ਦੇ ਡਾਰਕ ਪੈਚਸ ਜੇ ਆ ਜਿਹੜੇ ਉਹ ਪੈਣੇ ਸ਼ੁਰੂ ਹੋ ਜਾਂਦੇ ਆ obscuring of the visibility ਦੇ ਅੰਡਰ ਆ ਜਾਂਦੇ ਆ ਇਰੋਜ਼ਨਸ ਆਫ ਬ੍ਰॉडर ਆਫ ਦ ਰਿਬਸ ਹੁਣ ਜਿਹੜੀ ਹੈ ਕੀ ਹੈ ਇਰੋਜ਼ਨ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਕੀ ਹੈ ਗ੍ਰੈਜੂਅਲੀ ਡਿਸਟਰਕਸ਼ਨਸ ਐਂਡ ਡਿਮੀਨੇਸ਼ਨਸ ਆਫ ਦ ਸਮਥਿੰਗ ਹੋ ਜਾਂਦਾ ਜਿਹਨੂੰ ਅਸੀਂ ਕੀ ਕਹਿੰਦੇ ਆ ਕਿ ਉਹਦੀ ਜਿਹੜੀ ਕੰਟੀਨਿਊਟੀ ਫਾਰਮ ਦੇ ਵਿੱਚ ਕੀ ਆ ਜਿਹੜੀ ਕੀ ਸਪੇਸ ਦੇ ਵਿੱਚ ਮਸਲਸ ਨੇ ਉਹਨੂੰ ਕੰਟਰੋਲ ਕਰਕੇ ਰੱਖਿਆ ਹੁੰਦਾ ਉਹ ਕੀ ਆ ਬ੍ਰॉडर ਹੋ ਜਾਂਦੇ ਆ ਉਹ ਵੱਧ ਜਾਂਦੇ ਨੇ ਜਿਹੜੀਆਂ ਕਿ ਸਪੈਸ਼ਲੀ ਰਿਬਸ ਦੇ ਵਿੱਚ ਇਹਦਾ ਬਲੈਕ ਪੈਚਸ ਨੇ ਜਿਹੜੇ ਉਹ ਪੈਣੇ ਸਟਾਰਟ ਹੋ ਜਾਂਦੇ ਨੇ ਸਕਲ ਦੇ ਵਿੱਚ ਪੌਚਸ ਨੇ ਜਿਹੜੀਆਂ ਉਹ ਡਿਵੈਲਪ ਹੋ ਜਾਂਦੀਆਂ ਨੇ ਬੋਨੀ ਸਟਰਕਚਰਸ ਦੇ ਵਿੱਚ ਕੀ ਹੈ ਕਿ ਪੈਡੀਸਲ ਸਾਈਨਸ ਨੇ ਜਿਹੜੇ ਕਿ ਇਦਾਂ ਦੀ ਸ਼ੈਡੋਸ ਨੇ ਜਿਹੜੀਆਂ ਉਹ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਇੱਥੇ ਰਿਬਸ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਸਾਈਜ਼ ਆ ਉਹ ਇਨਕਰੀਜ਼ ਹੋ ਜਾਂਦਾ ਉਹ ਸਪਰੈਡ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਜਿਹਦੇ ਕਰਕੇ ਕੀ ਹੈ ਪੇਸ਼ੈਂਟਸ ਦੇ ਵਿੱਚ ਬੋਨਸ ਦੀ ਜਿਹੜੀ ਅਬਨੋਰਮਲ ਗਰੋਥ ਹੁੰਦੀ ਹੈ ਔਰ ਕੈਂਸਰਸ ਗਰੋਥ ਹੁੰਦੀ ਹੈ relevant investigation ਦੇ ਵਿੱਚ ਕੀ ਹੈ ਫਸਟ ਵਨ ਇਜ਼ ਟੂ ਦਾ ਬਲੱਡ ਸੀਵੀਅਰ ਅਨੀਮੀਆ ਪੇਸ਼ੈਂਟ ਨੂੰ ਇਹਦੇ ਵਿੱਚ ਅਨੀਮੀਆ ਹੋ ਸਕਦਾ ਬਿਕਾਜ਼ ਕੀ ਹੈ ਪੇਸ਼ੈਂਟਸ ਦੇ ਵਿੱਚ ਕੀ ਹੈ ਬਲੱਡ ਫਾਰਮੇਸ਼ਨਸ ਡਿਸਆਰਡਰਸ ਕਰਕੇ ਕੀ ਹੈ ਨਾਰਮਲ ਸੈੱਲ ਸਟਰਕਚਰ ਨਾ ਹੋਣ ਕਰਕੇ ਕੀ ਹੈ ਉਹਦੇ ਵਿੱਚ ਡਿਸਆਰਡਰਸ ਫਾਈਂਡ ਆਊਟ ਹੋਏ ਨੇ ਸੋ ਪੇਸ਼ੈਂਟਸ ਦਾ ਨਾਰਮਲ ਸੈੱਲ ਜਿਹੜਾ ਸਟਰਕਚਰ ਨਹੀਂ ਹੈਗਾ ਤਾਂ ਆਰਬੀਸੀ ਪ੍ਰੋਪਰਲੀ ਡਿਵੈਲਪ ਨਹੀਂ ਹੋ ਰਿਹਾ ਬੋਨ ਮੈਰੋ ਤਾਂ ਪੇਸ਼ੈਂਟ ਨੂੰ ਕੀ ਹੈ ਸੀਵੀਅਰ ਅਨੀਮੀਆ ਹੋ ਸਕਦਾ ਹੈ ਵੈਰੀ ਸੀਵੀਅਰ ESR ਦਾ ਲੈਵਲ ਹੈ ਜਿਹੜਾ ਉਹ ਇਨਹੈਂਸ ਹੋਇਆ ਹੋਏਗਾ ਹਾਈ ਟੋਟਲ ਸੀਰਮ ਪ੍ਰੋਟੀਨ ਹੁਣ ਪੇਸ਼ੈਂਟ ਦੇ ਵਿੱਚ ਕੀ ਹੈ ਨਾਰਮਲ ਜਿਹੜਾ ਪ੍ਰੋਟੀਨ ਲੈਵਲ ਆ ਉਹ ਕੀ ਆ ਇਨਹੈਂਸ ਹੋਇਆ ਹੋਏਗਾ ਸੀਰਮ ਪ੍ਰੋਟੀਨ ਲੈਵਲ ਹੈਗਾ ਨਾਰਮਲ 3.5 ਤੋਂ ਲੈ ਕੇ 5.50 ਤੱਕ ਹੁੰਦਾ ਗ੍ਰਾਮ ਹੁੰਦਾ ਪਰ ਡੈਸੀਲੀਟਰ ਬਟ ਉਹਦੇ ਨਾਲੋਂ ਜੇ ਨਾਰਮਲ ਸੀਰੀਅਲ ਦੇ ਵਿੱਚ ਵਧਿਆ ਹੋਏਗਾ ਪ੍ਰੋਟੀਨ ਤਾਂ ਉਹ ਕੀ ਕਰੇਗਾ ਨਿਊਕਲੀਅਸ ਦੀ ਫਾਰਮੇਸ਼ਨ ਦੇ ਵਿੱਚ ਕੀ ਆ ਅਬਨੋਰਮੈਲਿਟੀ ਕਰੇਗਾ ਹਾਈ ਸੀਰਮ ਕੈਲਸ਼ੀਅਮ ਲੈਵਲ ਹੈ ਕਿ ਨਾਰਮਲ ਕੈਲਸ਼ੀਅਮ ਲੈਵਲ ਹੈ ਜਿਹੜਾ ਬੋਨ ਡੈਂਸਿਟੀ ਨੂੰ ਮੇਨਟੇਨ ਕਰਕੇ ਰੱਖਦਾ ਦੈਟ ਇਜ਼ ਦਾ 8.6 ਟੂ ਦਾ 10.3 mg ਪਰ ਡੈਸੀਲੀਟਰ ਹੈ ਬਟ ਜੇ ਇਹਦੀ ਕੰਸੈਂਟ੍ਰੇਸ਼ਨ ਹਾਇਰ ਹੁੰਦੀ ਹੈ ਤਾਂ ਇੱਕ ਇਹ ਕਿਡਨੀ ਸਟੋਨਸ ਨੂੰ ਪ੍ਰਮੋਟ ਕਰਦਾ ਔਰ ਸੈਕੰਡ ਕੀ ਹੈਗਾ ਕਿ ਬੋਨਸ ਦੇ ਵਿੱਚ ਅਬਨੋਰਮਲ ਗਰੋਥ ਨੂੰ ਇਨਹੈਂਸ ਕਰਦਾ ਜਿਹਦੇ ਕਰਕੇ ਕੀ ਬੋਨਸ ਦੇ ਵਿੱਚ ਕੀ ਹੈ ਟਿਊਮਰਸ ਗਰੋਥ ਹੈ ਜਾਂ ਫਿਰ ਅਬਨੋਰਮਲ ਫਾਈਬਰੋਇਡਿਕ ਗਰੋਥ ਹੈ ਜਿਹੜੀ ਉਹ ਇਨਹੈਂਸ ਹੁੰਦੀ ਹੈ ਦੈਨ ਇਜ਼ ਦਾ ਰਿਵਰਸਲ ਐਂਡ ਐਲਬੂਮਿਨਸ ਦੈਨ ਕੀ ਆ
ग्लोबुलिन्स रेशोज़ ਜਿਹੜੀ ਅਸੀਂ ਕੀ ਫਾਈਂਡ ਆਊਟ ਕਰਾਂਗੇ ਗਲੋਬਿਨ ਐਲੂਮੀਨੀਅਮ ਰੇਸ਼ੋ ਹੈ ਫਾਸਫੋਰਸ ਹੈ ਜਿਹੜੀ ਉਹਦੇ ਇਨਹੈਂਸੈਂਸ ਹੋਣ ਦੇ ਨਾਲ ਕੀ ਹੈ ਸੈਲ ਸਟਰਕਚਰ ਦੇ ਜਿਹੜੇ ਨਿਊਕਲੀਅਸ ਕੋਡਿੰਗ ਹੈ ਉਹਦੇ ਸਾਈਡ ਤੇ ਰਿੰਗ ਬਣਦੀ ਹੈ ਜਿਹੜੀ ਉਹ ਅਫੈਕਟਡ ਹੁੰਦੀ ਆ ਨਾਰਮਲ ਐਲਕੇਲਾਈਨ ਫਾਸਫੋਰੇਟ ਲੈਵਲ ਅਸੀਂ ਜਿਹੜਾ ਮੋਸਟਲੀ ਅਸੀਂ ਉਹਦਾ ਫਾਸਫੋਰੇਟ ਲੈਵਲ ਹੈ ਜਿਹੜਾ ਉਹ 2.5 to 4.5 mg/dl ਹੋਏਗਾ ਉਸ ਨੂੰ ਆਬਜ਼ਰਵ ਕਰਾਂਗੇ यूरिन बेंजीजोन्स प्रोटीनयूरिया ਜਿਹਦੇ ਵਿੱਚ ਯੂਰਿਨਸ ਦਾ ਨਾਰਮਲੀ ਅਸੀਂ ਲੈਵਲ ਦੇਖਾਂਗੇ ਐਲਜੀਜ਼ ਲਾਈਟ ਚੇਨ ਦੇਖਾਂਗੇ ਜਿਹਦੇ ਵਿੱਚ ਕੀ ਹੈ ਪੇਸ਼ੈਂਟ ਤੇ ਆਬਜ਼ਰਵ ਹੋਏਗਾ ਕਿ ਇਨਫਲੇਮੇਟਰੀ ਪ੍ਰੋਸੈਸ ਪਲੱਸ ਕਿਡਨੀ ਫਿਲਟਰੇਸ਼ਨ ਪ੍ਰੋਸੈਸ ਦੇ ਦੁਆਰਾ ਕਿ ਜਿਹੜਾ ਅਬਨੋਰਮਲ ਜਿਹੜੇ ਸੈਲਸ ਨੇ ਉਹਨਾਂ ਦੀ ਆ ਰਹੀ ਹੈ ਤਾਂ ਉਹਦੇ ਵਿੱਚ ਜੋਨਸ ਪ੍ਰੋਟੀਨੋਯੂਰੀਆ ਨੂੰ ਆਬਜ਼ਰਵ ਕਰਾਂਗੇ ਕਿ ਯੂਰਿਨ ਦੇ ਵਿੱਚ ਪ੍ਰੋਟੀਨਸ ਦਾ ਲੈਵਲ ਹੈ ਜਿਹੜਾ ਉਹ ਕਿੰਨਾ ਹੈ ਨੈਕਸਟ ਸੀਰਮ ਇਲੈਕਟ੍ਰੋਫੋਰੇਸਿਸ ਐਮਬੈਂਡ ਗਾਮਾ ਗਲੋਬਿਨਸ ਇਹਦੇ ਵਿੱਚ ਕੀ ਅਸੀਂ ਪੇਸ਼ੈਂਟਸ ਦੇ ਆਬਜ਼ਰਵ ਕਰਾਂਗੇ ਸੀਰਮ ਦੇ ਨਾਰਮਲ ਪ੍ਰੋਡਕਸ਼ਨਸ ਨੂੰ ਸਟਰਨਲ ਪੰਚਰ ਜਿਹਦੇ ਵਿੱਚ ਕੀ ਹੈ ਸਟਰਨਮ ਜਿਹੜੀ ਅਸੀਂ ਮੇਨ ਉਸਨੂੰ ਪੰਚਰ ਕਰ ਲਏ ਮਾਈਲੋਮਾ ਸੈਲਸ ਮੀਨਸ ਬਾਇਓਪਸੀ ਪੀਸ ਲਵਾਂਗੇ ਜਿਹਦੇ ਵਿੱਚ ਕੀ ਹੈ ਉਹਨਾਂ ਮਾਈਲੋਮਾ ਸੈਲਸ ਬੋਨ ਸੈਲਸ ਨੂੰ ਆਇਡੈਂਟੀਫਾਈ ਕੀਤਾ ਜਾਏਗਾ ਫॉर ਦਾ ਇਨਵੈਸਟੀਗੇਸ਼ਨਸ ਕੀ ਉਹਦੇ ਵਿੱਚ ਕੀ ਆ ਜਿਹੜੇ ਕੈਂਸਰਸ ਗਰੋਥ ਨੇ ਤੇ ਕਿਡਨੀ ਫਾਰਮ ਦੇ ਵਿੱਚ ਜਾਂ ਫਿਰ ਕਿਹੜੀ ਟਾਈਪ ਦੇ ਵਿੱਚ ਆ ਨਾਰਮਲ ਪਲਾਜ਼ਮਾ ਸੈਲਸ ਨੇ ਜਿਹੜੇ ਉਹ ਨਾਰਮਲੀ ਫਾਰਮ ਦੇ ਵਿੱਚ ਹੁੰਦੇ ਨੇ ਬੋਨਸ ਦੇ ਵਿੱਚ ਨੈਕਸਟ ਇਜ਼ ਦਾ ਬੋਨ ਮੈਰੋ ਹੈ ਦੈਟ ਇਜ਼ ਅ ਮੈਲਨੋਮਾ ਅਫੈਕਟਡ ਸੈਲਸ ਨੇ ਇਹਦੇ ਵਿੱਚ ਅਫੈਕਟਡ ਸੈਲ ਆ ਨਾਰਮਲ ਪਲਾਜ਼ਮਾ ਸੈਲਸ ਨੇ ਇਹਦੇ ਵਿੱਚ ਸਾਈਂਡਿੰਗ ਤੇ ਬੋਨ ਹੈ ਠੀਕ ਹੈ ਬਟ ਜਦੋਂ ਕਿ ਇਹ ਇਨਫਲੇਮੇਟਰੀ ਪ੍ਰੋਸੈਸ ਦੇ ਵਿੱਚ ਆ ਜਾਣਗੇ ਤਾਂ ਇਹਨਾਂ ਦੇ ਉੱਤੇ ਇੱਕ ਕੋਡਿੰਗ ਫਾਰਮ ਦੇ ਵਿੱਚ ਬਣਨੇ ਇਹ ਫਰਦਰ ਇਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ ਸੀਰਮ ਪ੍ਰੋਟੀਨ ਇਲੈਕਟ੍ਰੋਫੋਰੇਸਿਸ ਸੀਰਮ ਪ੍ਰੋਟੀਨ ਦਾ ਜਿਹੜਾ ਲੈਵਲ ਆ ਉਹ ਕੀ ਹੈ ਨਾਰਮਲ ਨਾਲੋਂ ਹਾਇਰ ਹੋ ਜਾਂਦਾ ਜਿਹੜਾ ਗ੍ਰੀਨ ਫਾਰਮ ਦੇ ਵਿੱਚ ਵਾ ਉਹ ਨਾਰਮਲ ਪ੍ਰੋਸੈਸ ਆ ਔਰ ਰੈੱਡ ਵਾ ਜਿਹੜਾ ਉਸਦੀ ਹਾਇਰ ਕੰਸਿਸਟੈਂਸੀ ਨੂੰ ਦੱਸ ਰਿਹਾ ਅਦਰ ਇਨਵੈਸਟੀਗੇਸ਼ਨਸ ਦੇ ਵਿੱਚ ਕੀ ਆ ਬੋਨ ਬਾਇਓਪਸੀ ਕੀਤੀ ਜਾਊਗੀ ਸਿਟੀ ਗਾਈਡਡ ਫਰਮ ਟੂ ਦਾ ਇਲੀਕਸ ਰਿਕਵੈਸਟ ਦੇ ਵਿੱਚੋਂ ਦਿੱਤਾ ਜਾਏਗਾ ਤਾਂ ਕਿ ਜਿਹੜਾ ਉਸ ਏਰੀਆਜ਼ ਦੇ ਵਿੱਚ ਕੀ ਆ ਬੋਨੀ ਸਟਰਕਚਰ ਤੋਂ ਅਸੈਸਮੈਂਟ ਹੋ ਸਕਦੀ ਹੈ ਤੇ ਉਸ ਪੀਸ ਨੂੰ ਫਰਦਰ ਇਨਵੈਸਟੀਗੇਸ਼ਨਸ ਦੇ ਲਈ ਟਿਊਮਰਸ ਗਰੋਥ ਲਈ ਫਾਈਂਡ ਆਊਟ ਹੋਊਗਾ ਬੋਨ ਸਕੈਨ ਆ ਬੋਨ ਸਕੈਨ ਦੇ ਵਿੱਚ ਕੀ ਆ ਜਿੱਦਾਂ ਕਿ ਬੋਨ ਦੇ ਸਕਲੀ ਬੋਨ ਦੇ ਵਿੱਚ ਅਸੀਂ ਪੜ੍ਹਿਆ ਕਿ ਫਸਟ ਫਾਰਮ ਦੇ ਵਿੱਚ ਉਹਦੇ ਕੀ ਹੋਏਗਾ ਕਿ ਪਾਊਚ ਜਿਹੜੀਆਂ ਡਿਵੈਲਪ ਹੋ ਰਹੀਆਂ ਤੇ ਸਿਮੈਟਰੀ ਹੈ ਜਿਹੜੀ ਬੋਨ ਦੀ ਆ ਉਸ ਨੂੰ ਅਸੈਸ ਕੀਤਾ ਜਾਊਗਾ ਬੋਨ ਸਕੈਨ ਦੇ ਨਾਲ ਫਿਰ ਉਹਦੇ ਵਿੱਚ ਕੀ ਹੈ ਪੈਡੀਸਲ ਸਾਈਨਸ ਨੂੰ ਆਬਜ਼ਰਵ ਕੀਤਾ ਜਾਊਗਾ ਕਿ ਕਿਸੇ ਵੀ ਪਾਰਟਿਕੂਲਰ ਬੋਨ ਏਰੀਆ ਦੇ ਉੱਤੇ ਜਿਹੜੇ ਪੈਡੀਸਲ ਸਾਈਨਸ ਨੇ ਉਹ ਵਿਜ਼ੂਅਲਾਈਜ਼ਡ ਹੋ ਰਹੇ ਨੇ ਨੈਕਸਟ ਇਜ਼ ਦਾ ਓਪਨ ਬਾਇਓਪਸੀ ਪ੍ਰੋਪਰਲੀ ਉਸ ਏਰੀਆਜ਼ ਨੂੰ ਵਿਦ ਦਾ ਸਰਜਰੀਜ਼ ਦੇ ਨਾਲ ਅਸੀਂ ਉਸ ਚੀਜ਼ ਤੋਂ ਇੱਕ ਪਾਰਟ ਹੈ ਜਿਹੜਾ ਉਸ ਦਾ ਬੋਨੀ ਸਟਰਕਚਰਸ ਨੂੰ ਕਲੈਕਟ ਕਰ ਸਕਦੇ ਹਾਂ ਨੈਕਸਟ ਇਜ਼ ਦਾ ਟ੍ਰੀਟਮੈਂਟ ਜਨਰਲ ਮੈਜ਼ਰਸ ਕੰਟਰੋਲ ਆਫ ਦਾ ਪੇਨ ਫਸਟ ਵਨ ਦਾ ਪੇਸ਼ੈਂਟ ਦੇ ਵਿੱਚ ਪੇਨ ਹੋਏਗੀ ਸੋ ਅਸੀਂ ਪੇਸ਼ੈਂਟਸ ਦੀ ਜਿਹੜੀ ਪੇਨ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਕਿ ਅਸੀਂ ਐਨਾਲਜੈਸਿਕ ਮੈਡੀਕੇਸ਼ਨਸ ਨੇ ਜਿਹੜੀਆਂ ਉਹ ਪ੍ਰੋਵਾਈਡ ਕਰਵਾ ਸਕਦੇ ਹਾਂ ਸਪੋਰਟਿਵ ਟ੍ਰੀਟਮੈਂਟ ਫਲੂਇਡ ਇਲੈਕਟ੍ਰੋਲਾਈਟ ਬੈਲੈਂਸ ਪੇਸ਼ੈਂਟ ਨੂੰ ਫਲੂਇਡ ਇਲੈਕਟ੍ਰੋਲਾਈਟ ਬੈਲੈਂਸ ਮੀਨ ਉਹਦੀ ਬੋਡੀ ਦੇ ਵਿੱਚ ਫਲੂਇਡ ਨੂੰ ਸਰਕੂਲੇਟਰੀ ਮੇਨਟੇਨ ਕਰਕੇ ਰੱਖਣਾ ਜਿਵੇਂ ਕਿ ਪੇਸ਼ੈਂਟ ਨੂੰ ਅਨੀਮੀਆ ਹੋ ਰਿਹਾ ਤਾਂ ਉਹਦਾ ਸਰਕੂਲੇਸ਼ਨ ਲੈਵਲ ਹੈ ਜਿਹੜਾ ਰਿਡਿਊਸ ਹੋਊਗਾ ਸੋ ਪੇਸ਼ੈਂਟ ਨੂੰ ਚਾਂਸਸ ਹੋ ਸਕਦੇ ਆ ਕਿ ਹਾਈਪੋਵੈਲਮਿਕ ਸ਼ੌਕ ਹੋ ਸਕੇ ਸੋ ਇਸ ਕਰਕੇ ਪੇਸ਼ੈਂਟ ਦੇ ਸਰਕੂਲੇਸ਼ਨ ਪ੍ਰੋਸੈਸ ਨੂੰ ਮੇਨਟੇਨ ਕਰਕੇ ਰੱਖਣਾ ਲੈਂਪ ਫ੍ਰੈਕਚਰ ਪਲਾਸਟਰ ਸਪਲਿੰਟ ਸਰਜਰੀ ਕਿਸੇ ਵੀ ਲੰਬੇ ਬੋਨਸ ਜਾਂ ਫਿਰ ਲੈਂਪ ਫ੍ਰੈਕਚਰਸ ਦੇ ਵਿੱਚ ਫਾਰਮ ਦੇ ਵਿੱਚ ਆ ਰਿਹਾ ਤਾਂ ਪੇਸ਼ੈਂਟਸ ਨੂੰ ਅਸੀਂ ਉਸ ਦੀ ਰਿਕਵਰੀ ਕਰਦੇ ਹਾਂ ਪਲਾਸਟਰ ਸਪਲਿੰਟ ਜਾਂ ਫਿਰ ਸਰਜਰੀ ਦੇ ਨਾਲ ਸਟੰਟ ਪਕਾ ਕੇ ਉਹਦਾ ਪ੍ਰੋਪਰਲੀ ਉਸ ਚੀਜ਼ ਨੂੰ ਰਿਕਵਰੀ ਕਰਦੇ ਹਾਂ ਵੈਰਟੀਬਰਲ ਫ੍ਰੈਕਚਰਸ ਦੇ ਵਿੱਚ ਬ੍ਰੇਸਿੰਗ ਐਂਡ ਸਰਜਰੀਜ਼ ਹੁੰਦੀਆਂ ਬ੍ਰੇਸਿੰਗ ਕੀ ਹੁੰਦੀ ਹੈ ਕਿ ਜਿਹਦੇ ਵਿੱਚ ਅਸੀਂ ਲਾਈਕ ਦੈਟ ਕਹਿੰਦੇ ਹਾਂ ਕਿ ਬੈਲਟ ਵਗੈਰਾ ਜਾਂ ਪ੍ਰੋਟੈਕਟਿਵ ਮੇਜ਼ਰਸ ਦੇ ਵਿੱਚ ਫਾਰਮ ਹੁੰਦਾ ਹੈ ਕਿ ਜਿਹੜੀ ਉਹਦੀ ਮੂਵੇਬਿਲਿਟੀ ਨੂੰ ਕੰਟਰੋਲ ਕਰਦਾ ਲਾਈਕ ਦੈਟ ਕੋਈ ਜੈਕਟਿੰਗ ਹੋ ਗਈ ਜਾਂ ਬ੍ਰੇਸਿੰਗ ਦੇ ਵਿੱਚ ਕੀ ਹੋ ਗਿਆ ਐਲਬੋ ਬ੍ਰੇਸਿੰਗ ਹੋ ਗਈਆਂ ਤਾਂ ਇਹਦੇ ਵਿੱਚ ਥੋਰੈਸਿਕਸ ਬ੍ਰੇਸਿੰਗ ਆਉਂਦੀਆਂ ਨੇ ਜੈਕਟ ਫਾਰਮ ਦੇ ਵਿੱਚ ਜਿਹੜੀਆਂ ਕਿ ਆ ਪੇਸ਼ੈਂਟਸ ਨੂੰ ਵੈਰਟੀਬਰਲਸ ਦੀਆਂ ਜਿਹੜੀਆਂ ਐਕਸੈਸਿਵਲੀ ਮੂਵਮੈਂਟਸ ਨੇ ਉਸ ਨੂੰ ਪ੍ਰੋਟੈਕਟ ਕਰਦੀ ਆ ਫਰਦਰ ਸਰਜਰੀ ਦੇ ਥਰੂ ਉਹਦਾ ਸਕਰੂ ਜਾਂ ਫਿਰ ਉਹਨੂੰ ਦੇ ਨਾਲ ਕੀ ਆ ਰਿਕਵਰੀ ਕਰ ਦਿੱਤੀ ਜਾਂਦੀ ਆ Next is the radiotherapy. It is applied only in cases of the solitary plasma mycetoma. Plasma mycetoma ਦੇ ਵਿੱਚ ਜਿੱਥੇ ਜਾ ਕੇ ਕਿ ਬਲੱਡ ਦਾ ਕੈਂਸਰਸ ਗਰੋਥ ਹੈ ਜਿਹੜੀ ਉਹ ਜ਼ਿਆਦਾ ਡਿਵੈਲਪ ਹੋ ਗਈ ਹੈ ਉਹਦੇ ਵਿੱਚ ਜਾ ਕੇ ਅਸੀਂ ਪੇਸ਼ੈਂਟ ਨੂੰ ਰੇਡੀਏਸ਼ਨ ਥੈਰੇਪੀ ਹੈ ਜਿਹੜੀ ਉਹ ਪ੍ਰੋਵਾਈਡ ਕਰ ਸਕਦੇ ਹਾਂ ਤੇ ਤਾਂ ਕਿ ਰੇਡੀਏਸ਼ਨਸ ਦੇ ਨਾਲ ਸਰਜਰੀ ਦੇ ਨਾਲ ਉਸ ਏਰੀਆਜ਼ ਦੇ ਵਿੱਚ ਪਲਾਜ਼ਮਾ ਸੈਲਸ ਨੇ ਜਿਹੜੀ ਉਹਨਾਂ ਦੀ ਪ੍ਰੋਡਕਸ਼ਨਸ ਹੋ ਰਹੀ ਆ ਉਸ ਨੂੰ ਡਿਸਟਰੋਏ ਕੀਤਾ ਜਾ ਸਕੇ Next is the chemotherapy. Melphalan is the drug of choice that is the chemotherapy drug ਜਿਹੜੀ ਕੀ ਹੈ ਉਸ ਦੀ ਗਰੋਥ ਹੈ ਜਿਹੜੀ ਉਸ ਨੂੰ ਇਨੀਸ਼ੀਅਲ ਸਟੇਜ ਦੇ ਉੱਤੇ ਇਨਹਿਬਿਟ ਕਰਨ ਦੇ ਲਈ ਯੂਜ਼ ਕੀਤੀ ਜਾ ਸਕਦੀ ਹੈ
Melphalan is the alkylating agent. It sticks to one of to the cancer cell DNA standard and the stop replications means कि है उन्हां दे cell dividations ਨੂੰ ਰੋਕਣ ਤੋਂ inhibit ਕਰ ਸਕਦੀ ਹੈ ਇਹ. It is often used to the concurrently with the vincristine and prednisolone and cyclophosphamide ਜਿਹਦੇ ਨਾਲ ਮੈਡੀਕੇਸ਼ਨਸ ਨੂੰ ਅਸੀਂ ਕੰਬਾਈਨਲੀ ਕਰਕੇ ਦੇ ਸਕਦੇ ਹਾਂ, ਆਫਨਲੀ ਯੂਜ਼ ਕਰ ਸਕਦੇ ਹਾਂ ਥੀਸ ਕਾਈਂਡ ਆਫ ਮੈਡੀਕੇਸ਼ਨ ਜਿਹੜੀਆਂ ਕੀ ਆ ਕੀਮੋਥੈਰੇਪੀ ਦੇ ਅੰਡਰ ਆਉਂਦੀਆਂ, ਜਿਹੜੀਆਂ ਕਿ ਉਸ ਦੇ ਸੈਲਸ ਨੂੰ ਗਰੋਥ ਨੂੰ ਇਨਹਿਬਿਟ ਕਰਦੀਆਂ ਤੇ ਡੀਐਨਏ ਸੈੱਲ ਆ ਜਿਹੜਾ ਉਹਨੂੰ ਫਰਦਰ ਰੈਪਲੀਕੇਸ਼ਨਸ ਹੋਣ ਤੋਂ ਪ੍ਰੋਟੈਕਟ ਕਰਦੀਆਂ ਨੇ. 6 to 12 cycle of the chemotherapy are given with the duration between 2 cycle begin 3 to 4 week. ਹੁਣ ਇਹਦੇ ਵਿੱਚ ਅਸੀਂ ਮੈਡੀਕੇਸ਼ਨ ਹੈ ਜਿਹੜਾ ਉਹ ਕੀ ਹੈ 3 to 4 weeks ਦੇ ਵਿੱਚ ਉਹਨੂੰ ਸ਼ਡਿਊਲ ਬਣਾ ਕੇ 6 to 12 weeks ਦੇ ਅਕੋਰਡਿੰਗ ਅਸੀਂ ਉਹਨੂੰ ਕੀਮੋਥੈਰੇਪੀ ਹੈ ਜਿਹੜੀ ਪ੍ਰਿਸਕ੍ਰਾਈਬਡ ਕਰਦੇ ਹਾਂ. ਪ੍ਰੋਗਨੋਸਿਸ ਦੇ ਵਿੱਚ ਮਲਟੀਪਲਾਈ ਮੈਲਨੋਮਾ ਇਜ਼ ਟੂ ਦਾ ਵਾਈਡ ਸਪਰੈਡ ਡਿਸੀਜ਼ ਐਂਡ ਫੈਟਲ. ਇਹਦੇ ਵਿੱਚ ਕੀ ਹੈ ਕਿ ਕ੍ਰਿਟੀਕਲ ਕੰਡੀਸ਼ਨ ਹੈ ਜਿਹਦੇ ਕਰਕੇ ਕਿ ਬੋਨ ਮੈਰੋਸ ਤੇ ਇਫੈਕਟਡ ਹੁੰਦਾ ਪਲੱਸ ਬਲੱਡ ਸਰਕੂਲੇਸ਼ਨਸ ਤੇ ਹੁੰਦਾ ਔਰ ਜਿਹੜਾ ਕੀ ਆ ਹੋਲ ਬੋਡੀ ਕੰਡੀਸ਼ਨਸ ਤੇ ਇਫੈਕਟਡ ਹੈ. ਲਾਈਕ ਦੈਟ ਕੀ ਹੈ ਕਿ ਬੋਨ ਮੈਰੋ ਦੇ ਵਿੱਚ ਅਬਨੋਰਮੈਲਿਟੀ ਆ ਰਹੀ ਹੈ ਤਾਂ ਰੈੱਡ ਬਲੱਡ ਸੈਲਸ ਔਰ ਬਲੱਡ ਕੰਪੋਨੈਂਟਸ ਨੇ ਜਿਹੜੇ ਉਹਨਾਂ ਦੀ ਪ੍ਰੋਡਕਸ਼ਨ ਇਫੈਕਟਡ ਹੋਏਗੀ. ਜੇ ਉਹ ਇਫੈਕਟਡ ਹੋ ਰਹੇ ਨੇ ਤਾਂ ਬੋਡੀ ਦੇ ਵਿੱਚ ਸਰਕੂਲੇਸ਼ਨ ਹੈ ਜਿਹੜੀ ਆਕਸੀਜਨ ਆ ਉਹ ਕੀ ਆ ਡਿਸੀਜ਼ੇਬਲ ਹੋਏਗੀ, ਇਸ ਕਰਕੇ ਬਹੁਤ ਜ਼ਿਆਦਾ ਈਜ਼ੀਲੀ ਬੋਡੀ ਦੇ ਵਿੱਚ ਵਾਈਡ ਸਪਰੈਡਲੀ ਫੈਲਦੀ ਆ. Death occurring to the majority of the patient within the 3 year and all patient within the 5 year. Mostly ਕੀ ਇਹਦੇ ਵਿੱਚ ਕੀ ਹੈ ਕਿ ਪੇਸ਼ੈਂਟਸ ਦੇ ਰਿਕਵਰੀ ਜਿਹੜੇ ਚਾਂਸਸ ਨੇ ਉਹ ਰਿਡਿਊਸ ਹੁੰਦੇ ਨੇ, ਸੋ ਇਸ ਕਰਕੇ ਪੇਸ਼ੈਂਟ ਹੈ ਜਿਹੜਾ ਉਹ ਸਰਵਾਈਵ ਕਰ ਸਕਦਾ ਵਿਦ ਦਾ ਮੈਡੀਕੇਸ਼ਨਸ ਔਰ ਜਿਹੜੇ ਦੇ ਸਿੰਪਟਮਸ ਨੇ ਸਿੰਪਟੋਮੈਟਿਕ ਅਸੀਂ ਉਸਨੂੰ ਜਿਹੜੀ ਕੀ ਹੈ ਮੈਨੇਜਮੈਂਟ ਦੇ ਸਕਦੇ ਹਾਂ ਜਿਹਦੇ ਨਾਲ ਉਹਦੀ ਸਿੰਪਟਮ ਦੀ ਸੀਵੀਰਿਟੀ ਹੈ ਜਿਹੜੀ ਉਹ ਰਿਡਿਊਸ ਹੋ ਸਕਦੀ ਹੈ, ਜਿੱਦਾਂ ਕਿ ਅਨਾਲਜੈਸਿਕ ਦੇ ਸਕਦੇ ਹਾਂ, ਪੇਨ ਪ੍ਰੋਟੈਕਸ਼ਨਸ ਦੇ ਲਈ ਐਂਟੀਬਾਇਓਟਿਕ ਦੇ ਸਕਦੇ ਹਾਂ ਅਗਰ ਉਹਨੂੰ ਕੋਈ ਹੋਰ ਬੋਡੀ ਦੇ ਇਮਿਊਨੀ ਸਪਰੈਸਿਸ ਹੋਣ ਕਰਕੇ ਹੋਰ ਜਿਹੜੇ ਸਿੰਪਟਮਸ ਨੇ ਆ ਰਹੇ ਨੇ, ਨॉन स्टेरॉइड ਇਨਫਲੇਮੇਟਰੀ ਮੈਡੀਕੇਸ਼ਨ ਦੇ ਸਕਦੇ ਹਾਂ, ਬਟ ਇਹਦੇ ਵਿੱਚ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ ਉਹ ਬਹੁਤ ਘੱਟ ਹੁੰਦੀ ਹੈ, ਰੇਅਰ ਹੈ. ਕੰਪਲੀਕੇਸ਼ਨਸ ਕੀ ਆਉਂਦੀਆਂ ਮਲਟੀਪਲ ਮੈਲਨੋਮਾ ਦੀਆਂ? ਪੈਥੋਲੋਜੀਕਲ ਫ੍ਰੈਕਚਰ ਆ, ਮੋਸਟਲੀ ਪੇਸ਼ੈਂਟਸ ਦੇ ਵਿੱਚ ਫ੍ਰੈਕਚਰ ਹੁੰਦਾ, ਸਪਾਈਨਲ ਕਾਰਡ ਕੰਪਰੈਸ਼ਨ ਐਂਡ ਨਿਊਰੋਲੋਜੀਕਲ ਕੰਪਲੀਕੇਸ਼ਨਸ ਆਉਂਦੀਆਂ ਨੇ, ਜਿਵੇਂ ਸਪਾਈਨਲ ਕਾਰਡ ਦੇ ਵਿੱਚ ਅਬਨੋਰਮਲ ਗਰੋਥ ਹੋ ਰਹੀ ਹੈ ਤਾਂ ਉਹਦੇ ਨਾਲ ਸਪਾਈਨਲ ਹੈ ਜਿਹੜੀ ਉਹ ਵੈਟੀਬਰਸ ਦੇ ਵਿੱਚ ਅਬਨੋਰਮਲ ਗਰੋਥ ਹੋਣ ਕਰਕੇ ਸਪਾਈਨਲ ਕੰਪਰੈਸ ਹੋ ਜਾਂਦੀ ਹੈ ਔਰ ਪੇਸ਼ੈਂਟ ਦੇ ਲੋਅਰ ਪਾਰਟ ਆਫ ਦਾ ਬੋਡੀ ਤੇ ਮਿਡਲ ਪਾਰਟ ਆਫ ਦਾ ਬੋਡੀ ਦੇ ਵਿੱਚ ਕੀ ਆ ਸਪਲਾਈ ਨਹੀਂ ਹੁੰਦੀ, ਜਿਹਦੇ ਕਰਕੇ ਨਿਊਰੋਲੋਜੀਕਲ ਕੰਪਲੀਕੇਸ਼ਨਸ ਨੇ ਜਿਹੜੀਆਂ ਉਹ ਡਿਵੈਲਪ ਹੁੰਦੀਆਂ ਨੇ. ਅਨੀਮੀਆ, ਲੂਕੋਪੀਨੀਆ ਐਂਡ ਥ੍ਰੋਮਬੋਬੈਕਟੋਪੀਨੀਆ. ਹੁਣ ਪੇਸ਼ੈਂਟਸ ਦੇ ਵਿੱਚ ਕੀ ਹੈ ਅਨੀਮੀਆ ਹੋ ਜਾਏਗਾ ਜਾਂ ਫਿਰ ਡਿਕਰੀਜ਼ਿੰਗ ਦਾ ਵਾਈਟ ਬਲੱਡ ਸੈਲਸ ਹੋ ਜਾਣਗੇ, ਜਾਂ ਥ੍ਰੋਮਬੋਬੈਕਟੋਪੀਨੀਆ ਕੀ ਹੈ ਇਨਕਰੀਜ਼ਿੰਗ ਦਾ ਪਲੇਟਲੇਟਸ ਇਨ ਦਾ ਬਲੱਡ ਹੋ ਜਾਣਗੇ. ਇਹਦੇ ਵਿੱਚ ਮੇਨਲੀ ਕੀ ਹੋ ਜਾਂਦਾ ਹੈ ਕਿ ਜਿਹੜੇ ਬਲੱਡ ਦੇ ਕੰਪੋਨੈਂਟਸ ਨੇ ਸਾਰੇ ਉਹ ਕੀ ਹੈ ਡਿਸਟਰਬ ਹੋ ਜਾਣਗੇ, ਬਲੱਡ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਨਾਰਮਲ ਨਹੀਂ ਹੋਏਗੀ, ਜਿਹਦੇ ਕਰਕੇ ਕੀ ਹੈ ਪੇਸ਼ੈਂਟ ਨੂੰ ਅਨੀਮੀਆ ਹੋਏਗਾ. ਜਦੋਂ ਬਾਡੀ ਦੇ ਵਿੱਚ ਇਮਿਊਨੀ ਸਪਰੈਸਿਵ ਹੋ ਜਾਂਦਾ ਤਾਂ ਪੇਸ਼ੈਂਟ ਨੂੰ ਕੀ ਹੈ ਸੀਵੀਅਰ ਇਨਫੈਕਸ਼ਨ ਜਿਹੜੇ ਕੀ ਹੈ ਸੀਜ਼ਨਲ ਜਾਂ ਫਲੂ ਜਾਂ ਕਾਈਂਡ ਦੇ ਜਿਹੜੇ ਇਨਫੈਕਸ਼ਨਸ ਨੇ ਉਹ ਸੀਵੀਅਰ ਹੁੰਦੇ ਜਾਣਗੇ ਡਿਊ ਟੂ ਦਾ ਰੀਨਲ ਫੇਲੀਅਰ. ਪੇਸ਼ੈਂਟ ਦੇ ਵਿੱਚ ਬਾਡੀ ਦੇ ਵਿੱਚ ਫਿਲਟਰੇਸ਼ਨ ਪ੍ਰੋਸੈਸ ਨਹੀਂ ਹੋ ਰਿਹਾ, ਸੋ ਉਹਦੇ ਕਰਕੇ ਕਿਡਨੀਜ਼ ਨੇ ਜਿਹੜੀਆਂ ਉਹ ਡਿਊ ਟੂ ਦਾ ਨੈਫਰਾਈਟਿਸ ਇਨਫਲਾਮੇਟਰੀ ਪ੍ਰੋਸੈਸ ਕਰਕੇ ਕੀ ਹੈ ਫੇਲੀਅਰ ਹੋ ਗਈਆਂ, ਜਾਂ ਫਿਰ ਐਮਲੋਡਾਈਸਿਸ. ਐਮਲੋਡਾਈਸਿਸ ਕੀ ਹੁੰਦਾ ਬਿਲਡਅਪ ਆਫ ਦਾ ਐਮਿਲੂਡ ਪ੍ਰੋਟੀਨ ਇਨਟੂ ਦਾ ਹਾਰਟ ਏਰੀਆਜ਼ ਦੇ ਵਿੱਚ ਹੋ ਗਿਆ, ਜਿਹਦੇ ਕਰਕੇ ਹਾਰਟ ਦੇ ਫੇਲੀਅਰ ਹੋਣ ਦੇ ਚਾਂਸਸ ਨੇ ਜਿਹੜੇ ਉਹ ਇਨਹੈਂਸ ਹੋ ਜਾਂਦੇ ਆ. ਥੈਂਕ ਯੂ ਸਟੂਡੈਂਟਸ.